ਪਿਆਰੇ ਵਿਦਿਆਰਥੀਓ, ਸਵਾਗਤ ਹੈ ਤੁਹਾਡਾ ਅੰਮ੍ਰਿਤ ਸੀਨੀਅਰ ਸੈਕੰਡਰੀ ਸਕੂਲ ਦੇ ਆਨਲਾਈਨ ਸਟੱਡੀ ਦੇ YouTube ਚੈਨਲ 'ਤੇ। ਜਿਵੇਂ ਤੁਸੀਂ ਜਾਣਦੇ ਹੋ ਕਿ ਅਸੀਂ ਆਪਣੀ 9ਵੀਂ ਜਮਾਤ ਦੀ ਪਾਠ ਪੁਸਤਕ ਵੰਨਗੀ ਵਿੱਚੋਂ ਪਹਿਲੀ ਕਹਾਣੀ ਕੱਲੋ ਸ਼ੁਰੂ ਕੀਤੀ ਸੀ, ਜਿਸ ਦਾ ਅਸੀਂ ਪਹਿਲਾ ਭਾਗ ਪੰਨਾ ਨੰਬਰ 13 ਪੜ੍ਹਿਆ ਸੀ। ਇਹ ਕਹਾਣੀ ਪ੍ਰਸਿੱਧ ਨਾਵਲਕਾਰ ਨਾਨਕ ਸਿੰਘ ਜੀ ਦੁਆਰਾ ਲਿਖੀ ਗਈ ਹੈ, ਜਿਸ ਨੂੰ ਪੰਜਾਬੀ ਸਾਹਿਤ ਵਿੱਚ ਇੱਕ ਬਿਹਤਰੀਨ ਸਥਾਨ ਪ੍ਰਾਪਤ ਹੈ ਤੇ ਜਿਸ ਨੂੰ ਸਫਲਤਾ ਸਹਿਤ ਟੀਵੀ 'ਤੇ ਵੀ ਦਿਖਾਇਆ ਜਾ ਚੁੱਕਾ ਹੈ। ਹੁਣ ਤੱਕ ਅਸੀਂ ਕਹਾਣੀ ਵਿੱਚ ਜੋ ਪੜ੍ਹਿਆ, ਆਓ ਪਹਿਲਾਂ ਉਸ ਬਾਰੇ ਜਾਣੀਏ। ਅਸੀਂ ਪੜ੍ਹਿਆ ਹੈ ਕਿ ਕਹਾਣੀ ਵਿੱਚ ਸਿਰਫ 2 ਹੀ ਪਾਤਰ ਹਨ, ਕਹਾਣੀਕਾਰ ਤੇ ਕੱਲੋ ਜੋ ਜਮਾਦਾਰਨੀ ਹੈ, ਤੇ ਉਸ ਦੀ ਮੁਲਾਕਾਤ ਉਸ ਨਾਲ ਉਦੋਂ ਹੁੰਦੀ ਹੈ ਜਦੋਂ ਉਹ ਆਪਣਾ ਨਾਵਲ ਕਾਗਜ਼ਾਂ ਦੀ ਬੇੜੀ ਲਿਖਣ ਲਈ ਧਰਮਸ਼ਾਲਾ ਜਾਂਦਾ ਹੈ ਤੇ ਪੈਸਿਆਂ ਦੀ ਤੰਗੀ ਕਾਰਨ ਇਸ ਵਾਰ ਉਹ ਮਕਲੋਡਗੰਜ ਨਹੀਂ ਠਹਿਰਦਾ, ਸਗੋਂ ਆਪਣੇ ਮਿੱਤਰ ਦੇ ਛੋਟੇ ਜਿਹੇ ਮਕਾਨ ਵਿੱਚ ਠਹਿਰਦਾ ਹੈ, ਜਿੱਥੇ ਮੈਕਲੋਡਗੰਜ ਵਰਗਾ ਇਕਾਂਤਾ ਨਹੀਂ ਸੀ, ਪਰ ਫਿਰ ਵੀ ਉਹ ਜਗ੍ਹਾ ਉਸ ਲਈ ਬਹੁਤ ਵਧੀਆ ਸੀ। ਪਰ ਇੱਕ ਮੁਟਿਆਰ ਜਿਹੀ ਜਮਾਦਾਰਨੀ ਰੋਜ਼ 2 ਵਾਰ ਮੁਹੱਲੇ ਦੀ ਸਫਾਈ ਕਰਨ ਆਉਂਦੀ ਹੈ ਤੇ ਮੁਹੱਲੇ ਵਿੱਚ ਹਰ ਕਿਸੇ ਨਾਲ ਲੜਾਈ ਝਗੜਾ ਕਰਦੀ ਕਾਰਨ ਉਸ ਦੀ ਲੜਾਈ ਦਾ ਕੋਈ ਨਾ ਕੋਈ ਕਾਂਡ ਹਰ ਵੇਲੇ ਸ਼ੁਰੂ ਹੀ ਰਹਿੰਦਾ ਸੀ। ਅੱਜ ਅਸੀਂ ਇਸ ਕਹਾਣੀ ਦਾ ਪੰਨਾ ਨੰਬਰ 14, 15, 16 ਤੇ 17 ਪੜ੍ਹਨ ਜਾ ਰਹੇ ਹਾਂ। ਇਸ ਤਰ੍ਹਾਂ ਸੜੀ ਲੂਸੀ ਦਿਖਾਈ ਦਿੰਦੀ, ਜਿਵੇਂ ਹਰ ਸਾਹਮਣੇ ਆਉਣ ਵਾਲੇ ਨੂੰ ਕੱਚਿਆਂ ਹੀ ਚੱਬ ਜਾਏਗੀ। ਬੇਦਿਲੀ ਤੇ ਬਦੋਗਿਰੀ ਜਿਹੀ ਦੀ ਹਾਲਤ ਵਿੱਚ ਝਾੜੂ ਦੀਆਂ ਤੀਲੀਆਂ ਜ਼ਮੀਨ 'ਤੇ ਘੜੀਸੀ ਜਾਂਦੀ ਤੇ ਨਾਲੋਂ ਨਾਲ ਬੁੜਬੁੜਾਈ ਜਾਂਦੀ, ਜਾने कैसी अंधी औरतें हैं, कचरा फेंक कर गले तक ढेर लगा देती है। बाढ़ में जाए, सारे दिन की नौकर थोड़ी ही हूँ, बच्चों के को जगह जगह बिठाए देती है। प्यारे विद्यार्थियों, जद भी कल्लो ਮੁਹੱਲੇ ਦੀ ਸਫਾਈ ਕਰਦੀ ਤਾਂ ਗੁੱਸੇ ਨਾਲ ਝਾੜੂ ਦੀਆਂ ਤੀਲੀਆਂ ਨੂੰ ਜ਼ਮੀਨ 'ਤੇ ਫੇਰਦੀ ਤੇ ਮੂੰਹ ਵਿੱਚ ਬੁੜਬੁੜਾਉਂਦੀ ਮੁਹੱਲੇ ਦੀਆਂ ਔਰਤਾਂ ਨੂੰ ਬੁਰਾ ਭਲਾ ਕਹਿੰਦੀ ਕਿ ਇੰਨਾ ਗੰਦ ਪਾ ਕੇ ਰੱਖਦੀਆਂ ਨੇ, ਜਿਵੇਂ ਉਹ ਸਫਾਈ ਕਰਨ ਦਾ ਉਸਨੇ ਸਾਰੇ ਦਿਨ ਦਾ ਠੇਕਾ ਲਿਆ ਹੋਵੇ। ਬਦਲੇ 'ਚ ਝੱਟ ਜਵਾਬੀ ਹਮਲੇ ਸ਼ੁਰੂ ਹੋ ਜਾਂਦੇ। ਖਸਮ ਨੂੰ ਖਾਣੀ ਕਿੱਡੀ ਫੇਟ ਗਈ ਏ ਰੰਡੀਏ, ਜ਼ਬਾਨ ਖਿੱਚ ਲਊਂਗੀ ਜੇ ਮੁੜ ਕੇ ਮੇਰੇ ਨਿਆਣਿਆਂ ਨੂੰ ਨੌਲਿਆ। ਹੱਡ ਹਰਾਮ ਔਂਤਰੀ, ਪੈਸੇ ਲੈਣ ਵੇਲੇ ਅਗੇਤੀ ਆ ਮਰਦੀ ਏ। ਦਿਨ ਦਿਹਾੜ ਨੂੰ ਵੱਖਰਾ ਬੂਥਾ ਸਾੜੀਦਾ ਏ, ਫਿਰ ਵੀ ਸੱਤੀ ਪੀੜੀ ਹੰਗਾਣੀ ਦਾ ਟੰਕਾਰ ਨਹੀਂ ਪੈਂਦਾ। ਹਰ ਵੇਲੇ ਸੜੂ ਸੜੂ ਕਰਦੀ ਰਹਿੰਦੀ ਏ। ਪਿਆਰੇ ਵਿਦਿਆਰਥੀਓ, ਕਹਾਣੀ ਨੂੰ ਅੱਗੇ ਪੜ੍ਹਨ ਤੋਂ ਪਹਿਲਾਂ ਇਸ ਨੂੰ ਵਿਸਥਾਰ ਨਾਲ ਸਮਝੀਏ ਕਿ ਮੁਹੱਲੇ ਦੀਆਂ ਔਰਤਾਂ ਜਾਂ ਦੋਸਤੀਆਂ ਕੀਤੀਆਂ ਗੱਲਾਂ ਸੁਣਦੀਆਂ ਤਾਂ ਉਹ ਉਸੇ ਵੇਲੇ ਕੱਲੋ ਨੂੰ ਬੁਰਾ ਭਲਾ ਕਹਿੰਦੀਆਂ ਤੇ ਉਸ ਨੂੰ ਗਾਲਾਂ ਕੱਢਦੀਆਂ ਤੇ ਕਹਿੰਦੀਆਂ ਕਿ ਕਿਸ ਤਰ੍ਹਾਂ ਉਹ ਪੈਸੇ ਲੈਣ ਲਈ ਜਲਦੀ ਆ ਜਾਂਦੀ ਹੈ। ਪਰ ਇਹ ਵੀ ਗੱਲ ਸੱਚ ਹੈ ਕਿ ਅਸੀਂ ਚਾਹੇ ਕੋਈ ਵੀ ਸਫਾਈ ਸੇਵਕ, ਚਪੜਾਸੀ, ਕੋਈ ਮਜ਼ਦੂਰ ਹੋਵੇ, ਅਸੀਂ ਇਹ ਨਹੀਂ ਸੋਚਦੇ ਕਿ ਉਹ ਮਿਹਨਤ ਕਰ ਰਿਹਾ ਹੈ ਤੇ ਉਹ ਸਾਡੇ ਦੁਆਰਾ ਪਾਈ ਗੰਦਗੀ ਨੂੰ ਸਾਫ਼ ਕਰ ਰਿਹਾ ਹੈ, ਪਰ ਫਿਰ ਵੀ ਅਸੀਂ ਉਸ ਦੀਆਂ ਭਾਵਨਾਵਾਂ ਨੂੰ ਨਹੀਂ ਸਮਝਦੇ ਤੇ ਅਸੀਂ ਉਸ ਨੂੰ ਬੁਰਾ ਭਲਾ ਕਹਿੰਦੇ ਹਾਂ। ਕੋਈ ਕਿੰਨਾ ਹੀ ਉਸ ਨੂੰ ਬੋਲੀ ਜਾਵੇ, ਚਿਲਾਈ ਜਾਵੇ,
ਉਸ ਦੇ ਮੱਥੇ ਦੀਆਂ ਤਿਉੜੀਆਂ ਕਦੀ ਸਿੱਧੀਆਂ ਨਹੀਂ ਸਨ ਹੁੰਦੀਆਂ। ਨਾ ਹੀ ਉਸ ਨੂੰ ਇਸ ਗੱਲ ਦੀ ਪਰਵਾਹ ਸੀ ਕਿ ਕੌਣ ਉਸ ਨੂੰ ਕੀ ਕਹਿ ਰਿਹਾ ਹੈ। ਕੋਈ 1000 ਰੁਪਇਆ ਕੂਕੇ, ਕੱਲੋ ਮੇਰਾ ਕੋਠਾ ਲਾ ਜਾ, ਕੱਲੋ ਕਈਆਂ ਦਿਨਾਂ ਤੋਂ ਤੂੰ ਸਾਡੀ ਨਾਲੀ ਵਿੱਚ ਕੂਚੀ ਨਹੀਂ ਫੇਰੀ, ਬੋ ਨਾਲ ਨੱਕ ਫਟਣ ਆਇਆ ਹੋਇਆ ਏ, ਕੱਲੋ ਆ ਢੇਰੀਆਂ ਤਾਂ ਬੂਹੇ ਅੱਗਿਓਂ ਚੁੱਕ ਲੈ। ਪਰ ਕੱਲੋ ਨੂੰ ਜਿਵੇਂ ਪਤਾ ਹੀ ਨਹੀਂ ਕਿ ਕੌਣ ਕੁੱਤਾ ਭੌਂਕੀ ਜਾਂਦਾ ਹੈ। ਉਸ ਨੇ ਜੋ ਕੁਝ ਕਰਨਾ ਹੁੰਦਾ ਆਪਣੀ ਮਰਜ਼ੀ ਨਾਲ ਹੀ ਕਰਦੀ ਸੀ। ਕਿਸੇ ਦਾ ਆਖਿਆ ਮੰਨਣ ਦੀ ਜਿਵੇਂ ਉਸ ਨੇ ਸਹੁੰ ਖਾਧੀ ਹੋਈ ਸੀ। ਉਸ ਦੇ ਇਸੇ ਢੀਠਪੁਣੇ ਤੋਂ ਚਿੜ ਕੇ ਸਾਰਾ ਮੁਹੱਲਾ ਉਸ ਦੇ ਗਲ ਪੈਂਦਾ ਰਹਿੰਦਾ ਸੀ ਤੇ ਜਵਾਬ ਵਿੱਚ ਕੱਲੋ ਇੱਕ ਦੀਆਂ 4 ਨਾ ਸੁਣਾ ਲਵੇ, ਉਸ ਨੂੰ ਚੈਨ ਕਿੱਥੇ। ਪਿਆਰੇ ਵਿਦਿਆਰਥੀਓ, ਕੱਲੋ ਸਾਫ਼ ਸਫਾਈ ਤਾਂ ਕਰਦੀ ਸੀ ਪਰ ਆਪਣੀ ਮਨ ਮਰਜ਼ੀ ਨਾਲ ਕਰਦੀ ਸੀ। ਸਾਰਾ ਮੁਹੱਲਾ ਉਸ ਨੂੰ ਕਹਿੰਦਾ ਰਹਿੰਦਾ ਕਿ ਉਹ ਇੱਥੋਂ ਕੂੜਾ ਚੁੱਕੇ, ਉੱਥੋਂ ਕੂੜਾ ਚੁੱਕੇ, ਪਰ ਉਸ 'ਤੇ ਕਿਸੇ ਦੀ ਗੱਲ ਦਾ ਜ਼ਰਾ ਅਸਰ ਨਾ ਹੁੰਦਾ। ਪਤਾ ਨਹੀਂ ਉਹ ਕਿਹੜੀ ਮਿੱਟੀ ਦੀ ਘੜੀ ਹੋਈ ਸੀ ਕਿ ਨਾ ਤਾਂ ਲੋਕਾਂ ਦੀਆਂ ਗਾਲਾਂ ਤੋਂ ਛਿੱਤੀ ਪੈਂਦੀ, ਨਾ ਹੀ ਬੁੜਬੁੜ ਕਰਨੋਂ ਟਲਦੀ। ਜਿਵੇਂ ਗਾਲਾਂ ਖਾਣੀਆਂ ਤੇ ਬੁੜਬੁੜ ਕਰਨਾ ਇਹ ਉਸ ਦੇ ਨਿਤਨੇਮ ਵਿੱਚ ਸ਼ਾਮਲ ਸੀ। ਜਿਵੇਂ ਉਸ ਦੀ ਇਸ ਰੋਜ਼ਾਨਾ ਕਾਰ ਵਿੱਚ ਕੁਝ ਵੀ ਉਪਰਾਪਨ ਨਹੀਂ ਸੀ ਕਿ ਕਿਵੇਂ ਸਾਰੇ ਮੁਹੱਲੇ ਵਾਲੇ ਇਹ ਸੋਚਦੇ ਕਿ ਉਹ ਕਿਸ ਮਿੱਟੀ ਦੀ ਬਣੀ ਹੋਈ ਹੈ, ਕਿਉਂਕਿ ਉਹ ਸਾਰਾ ਦਿਨ ਬੋਲਣ ਤੋਂ ਨਾ ਟਲਦੀ। ਕੇਵਲ ਇਹੋ ਹੀ ਨਹੀਂ, ਮੈਨੂੰ ਉਸ ਦੇ ਕਲਾ ਕਲੇਸ਼ ਤੋਂ ਖਿਝ ਸੀ। ਉਸ ਦੀ ਸ਼ਕਲ ਵੀ ਬੜੀ ਮਨਹੂਸ ਜਾਪਦੀ ਸੀ, ਇੰਨੀ ਮਨਹੂਸ ਕਿ ਵੇਖ ਕੇ ਮੈਨੂੰ ਡਰ ਵੀ ਆਉਣ ਲੱਗ ਪੈਂਦਾ ਤੇ ਗੁੱਸਾ ਵੀ। ਸ਼ਾਇਦ ਕਹਾਣੀਕਾਰ ਵੀ ਉਸ ਬਾਰੇ ਇਹੋ ਸੋਚਦਾ ਤੇ ਉਸ ਨੂੰ ਉਸ ਦੇ ਨਿੱਤ ਦੇ ਲੜਾਈ ਝਗੜੇ ਤੋਂ ਉਸ ਨੂੰ ਵੀ ਖਿਝ ਚੜ੍ਹਦੀ। ਉਸ ਦੇ ਚਿਹਰੇ ਉੱਤੇ ਭਾਵੇਂ ਬਦਸੂਰਤੀ ਦਾ ਕੋਈ ਚਿੰਨ੍ਹ ਨਹੀਂ ਸੀ। ਉਮਰ ਵੀ ਉਹ ਸੀ ਜਿਸ ਉਮਰੇ ਕਹਿੰਦੇ ਹਨ ਕਿ ਖੋਤੀ ਉੱਤੇ ਵੀ ਹੁਸਨ ਆ ਜਾਂਦਾ ਹੈ, ਅਰਥਾਤ ਭਰ ਜਵਾਨੀ ਦੀ। ਫਿਰ ਵੀ ਪਤਾ ਨਹੀਂ ਕਿਉਂ ਸਾਰਿਆਂ ਨੂੰ ਭੈੜੀ ਲੱਗਦੀ ਸੀ ਤੇ ਸਭ ਤੋਂ ਬਹੁਤੀ ਮੈਨੂੰ। ਬਹੁਤ ਹੀ ਆਵਾਜ਼ਾਰ ਹੋ ਗਿਆ ਮੈਂ। ਕਹਾਣੀਕਾਰ ਇਹ ਸੋਚਣ ਲੱਗਾ ਕਿ ਉਸ ਦੀ ਸ਼ਕਲ ਭੈੜੀ ਨਹੀਂ ਸੀ, ਉਸ ਦੇ ਚਿਹਰੇ 'ਤੇ ਬਦਸੂਰਤੀ ਦਾ ਕੋਈ ਵੀ ਨਿਸ਼ਾਨ ਨਹੀਂ ਸੀ, ਪਰ ਫਿਰ ਵੀ ਉਹ ਕਿਉਂ ਸਾਰਿਆਂ ਨੂੰ ਭੈੜੀ ਲੱਗਦੀ ਸੀ। ਪਿਆਰੇ ਵਿਦਿਆਰਥੀਓ, ਬੇਸ਼ੱਕ ਕੱਲੋ ਜਮਾਦਾਰ ਨਹੀਂ ਸੀ ਤੇ ਸ਼ਕਲ ਦੀ ਸੋਹਣੀ ਵੀ ਸੀ, ਪਰ ਫਿਰ ਵੀ ਉਹ ਸਾਰਿਆਂ ਨੂੰ ਬਦਸੂਰਤ ਲੱਗਦੀ ਸੀ, ਕਿਉਂਕਿ ਕਹਿੰਦੇ ਹਨ ਕਿ ਇਨਸਾਨ ਆਪਣੀ ਜ਼ਬਾਨ ਦੇ ਸਿਰ 'ਤੇ ਹੀ ਰਾਜ ਕਰਦਾ ਹੈ। ਪਰ ਕੱਲੋ ਦੀ ਜ਼ਬਾਨ ਵਿੱਚ ਜ਼ਰਾ ਵੀ ਮਿਠਾਸ ਨਹੀਂ ਸੀ, ਇਸੇ ਕਰਕੇ ਉਹ ਸਾਰਿਆਂ ਨੂੰ ਬੁਰੀ ਲੱਗਦੀ ਸੀ। ਇਸ ਮੁਸੀਬਤ ਤੋਂ ਬਚਣ ਦਾ ਕੋਈ ਰਾਹ ਨਹੀਂ ਸੀ। ਛੇਕੜ ਫੈਸਲਾ ਕੀਤਾ ਕਿ ਪ੍ਰਭਾਤ ਵੇਲੇ ਉੱਠ ਕੇ ਕੰਮ ਕਰਿਆ ਕਰਾਂ ਤੇ ਉਸ ਕਲੈਣੀ ਦੇ ਆਉਣ ਤੋਂ ਪਹਿਲਾਂ ਮੁਕਾ ਲਿਆ ਕਰਾਂ। ਸੋ ਇੱਦਾਂ ਹੀ ਸ਼ੁਰੂ ਕੀਤਾ, ਪਰ ਪਤਾ ਨਹੀਂ ਮੈਨੂੰ ਭੁਲੇਖਾ ਸੀ ਜਾਂ ਸੱਚਮੁੱਚ ਇਹੋ ਗੱਲ ਸੀ। ਮੈਨੂੰ ਜਾਪਿਆ ਜਿਵੇਂ ਕੱਲੋ ਵੀ ਪਹਿਲਾਂ ਨਾਲੋਂ ਸਵਖਤੇ ਆਉਣ ਲੱਗ ਪਈ ਹੈ, ਸਵਖਤੇ ਸਵੇਰੇ। ਕਹਾਣੀਕਾਰ ਨੇ ਸੋਚਿਆ ਕਿ ਉਹ ਕੱਲੋ ਦੀ ਲੜਾਈ ਝਗੜੇ ਤੋਂ ਖਿਝ ਤੋਂ ਬਚਣ ਲਈ ਉਹ ਸਵੇਰੇ ਜਲਦੀ ਉੱਠ ਕੇ ਆਪਣਾ ਨਾਵਲ ਲਿਖਿਆ ਕਰੇਗਾ। ਪਰ ਉਸ ਨੂੰ ਇਹ ਮਹਿਸੂਸ ਹੋਣ ਲੱਗਾ ਕਿ ਕੱਲੋ ਹੁਣ ਹੋਰ ਸਵਖਤੇ ਆਉਣ ਲੱਗ ਪਈ ਹੈ, ਕਿਉਂਕਿ ਲਿਖਣ ਵੇਲੇ ਜੇ ਉਸ ਦਾ ਮੂਡ ਖਰਾਬ ਹੋ ਜਾਂਦਾ ਤੇ ਉਹ ਸਾਰਾ ਦਿਨ ਕੁਝ ਨਹੀਂ ਸੀ ਲਿਖ ਪਾਉਂਦਾ। ਲਿਖਣ ਦੇ ਸੰਬੰਧ ਵਿੱਚ ਮੇਰੀ ਇੱਕ ਆਦਤ ਬੜੀ ਚੰਦਰੀ ਹੈ ਕਿ ਜੇ ਲਿਖਦਿਆਂ ਰਤਾ ਕੋ ਮੂਡ ਖਰਾਬ ਹੋ ਜਾਵੇ, ਭਾਵੇਂ 1000 ਕੋਸ਼ਿਸ਼ਾਂ ਕਰਾਂ, ਸਾਰਾ ਦਿਨ ਮੈਂ ਕੁਝ ਨਹੀਂ ਲਿਖ ਸਕਦਾ। ਅਖੀਰ ਲਾਚਾਰ ਹੋ ਕੇ ਮੈਂ ਫੈਸਲਾ ਕਰ ਲਿਆ ਕਿ ਇੱਥੋਂ ਡੇਰਾ ਚੁੱਕਿਆ ਜਾਵੇ, ਭਾਵੇਂ ਮਸਾਨਾਂ ਦੀ ਬਰਾਦਰੀ ਵਿੱਚ ਹੀ ਕਿਉਂ ਨਾ ਜਾ ਕੇ ਰਹਿਣਾ ਪਵੇ। ਸਬੱਬ ਨਾਲ ਅਗਲੇ ਦਿਨ ਰਾਤੀ ਮੈਂ ਇਹੋ ਫੈਸਲਾ ਕਰਕੇ ਸੁੱਤਾ ਕਿ ਦਿਨ ਚੜ੍ਹਦੇ ਹੀ ਮੈਂ
ਆਪਣਾ ਬੋਰੀਆ ਬਿਸਤਰਾ ਇੱਥੋਂ ਚੁੱਕ ਲੈ ਜਾਵਾਂਗਾ। ਕਿ ਕਿਵੇਂ ਕੱਲੋ ਦੀ ਲੜਾਈ ਝਗੜੇ ਤੋਂ ਬਚਣ ਲਈ ਕਹਾਣੀਕਾਰ ਨੇ ਇਹ ਫੈਸਲਾ ਕੀਤਾ ਕਿ ਉਹ ਆਪਣਾ ਸਾਰਾ ਸਮਾਨ ਸਮੇਟ ਕੇ ਇੱਥੋਂ ਚਲਾ ਜਾਵੇਗਾ। ਪਰ ਦੂਜੇ ਦਿਨ ਸਵੇਰ ਤੋਂ ਹੀ ਬਾਰਿਸ਼ ਇੰਨੀ ਜ਼ੋਰ ਦੀ ਸ਼ੁਰੂ ਹੋ ਗਈ, ਮੈਂ ਜਾ ਨਾ ਸਕਿਆ। ਉਸੇ ਤਰ੍ਹਾਂ ਟੁੱਟੇ ਖੁੱਸੇ ਦਿਲ ਨਾਲ ਮੈਂ ਆਪਣਾ ਕੰਮ ਛੂਹ ਬੈਠਾ। ਬੇਤਹਾਸ਼ਾ ਮੀਂਹ ਪੈਣ ਦਾ ਇੱਕ ਲਾਭ ਵੀ ਹੋਇਆ ਕਿ ਕੱਲੋ ਅੱਜ ਸਵੇਰ ਤੋਂ ਵੀ ਖਾਲੀ ਨਾ ਦਿੱਤੀ। ਫਿਰ ਵੀ ਜਿੰਨਾ ਚਿਰ ਮੈਂ ਲਿਖਦਾ ਰਿਹਾ, ਇਹੋ ਸਹਿਮ ਦਿਲ ਵਿੱਚ ਬਣਿਆ ਰਿਹਾ ਕਿ ਹੁਣ ਵੀ ਆਈ, ਹੁਣ ਵੀ ਆਈ। ਗਵਾਂਢੋਂ ਜੇ ਕਿਸੇ ਜਨਾਨੀ ਦੀ ਉੱਚੀ ਬੋਲਣ ਦੀ ਆਵਾਜ਼ ਸੁਣਾਈ ਦਿੰਦੀ ਤਾਂ ਮੇਰਾ ਦਿਲ ਧੜਕਣ ਲੱਗ ਪੈਂਦਾ, ਮੱਤੇ ਉਹ ਆ ਗਈ ਹੋਵੇ। ਜਦ ਕਹਾਣੀਕਾਰ ਨੇ ਅਗਲੇ ਦਿਨ ਜਾਣ ਬਾਰੇ ਸੋਚਿਆ ਤਾਂ ਉਸ ਦਿਨ ਲਗਾਤਾਰ ਬਾਰਿਸ਼ ਹੁੰਦੀ ਰਹੀ। ਫਿਰ ਉਸ ਨੂੰ ਉੱਥੇ ਹੀ ਠਹਿਰਨਾ ਪਿਆ ਤੇ ਉਸਨੇ ਉੱਥੇ ਦੁਬਾਰਾ ਕਹਾਣੀ ਲਿਖਣੀ ਸ਼ੁਰੂ ਕਰ ਦਿੱਤੀ। ਪਰ ਉਸ ਦੇ ਮਨ ਤੇ ਇਹੀ ਡਰ ਰਿਹਾ ਕਿ ਕਿਤੇ ਕੱਲੋ ਆ ਨਾ ਜਾਵੇ ਤੇ ਉਸ ਦੀ ਕਹਾਣੀ ਵਿਚਾਲੇ ਹੀ ਨਾ ਰਹਿ ਜਾਵੇ। ਸ਼ਾਮੀ ਕੰਮ ਤੋਂ ਵਾਪਸ ਆਉਂਦਾ ਹੋਇਆ ਮੇਰਾ ਦੋਸਤ ਕੁਝ ਅੰਬ ਖਰੀਦ ਕੇ ਮੇਰੇ ਲਈ ਲੈ ਆਇਆ ਸੀ। ਅੱਜ ਦਿਲ ਕਾਫੀ ਖੁਸ਼ ਸੀ। ਇੱਕ ਤਾਂ ਮੌਸਮ ਚੰਗਾ ਹੋਣ ਕਰਕੇ, ਦੂਜੇ ਕੱਲੋ ਦੇ ਨਾ ਆਉਣ ਕਰਕੇ। ਅੱਜ ਕੰਮ ਦੀ ਵੀ ਅੱਛੀ ਖਾਸੀ ਛੁੱਟੀ ਲੱਗ ਗਈ ਸੀ। ਦੁਪਹਿਰ ਵੇਲੇ ਜਦ ਮੀਂਹ ਦਾ ਜ਼ੋਰ ਹਟ ਕੇ ਮਹੀਨ ਮਹੀਨ ਭੂਰ ਪੈ ਰਹੀ ਸੀ, ਮੈਂ ਬਰਾਂਡੇ ਵਿੱਚ ਕਨਵੈਂਸ ਦੀ ਆਰਾਮ ਕੁਰਸੀ ਢਾ ਕੇ ਅੰਬਾਂ ਵਾਲੀ ਬਾਲਟੀ ਆਪਣੇ ਲਾਗੇ ਰੱਖ ਕੇ ਬੜੇ ਸਵਾਦ ਨਾਲ ਅੰਬ ਚੂਪਣ ਲੱਗ ਪਿਆ। ਅੱਗੇ ਪੜ੍ਹਨ ਤੋਂ ਪਹਿਲਾਂ ਪਿਆਰੇ ਵਿਦਿਆਰਥੀ, ਆਓ ਇਸ ਨੂੰ ਵਿਸਥਾਰ ਨਾਲ ਜਾਣੀਏ ਕਿ ਕਹਾਣੀਕਾਰ ਅੱਜ ਕਾਫੀ ਖੁਸ਼ ਸੀ ਕਿਉਂਕਿ ਇੱਕ ਤਾਂ ਮੌਸਮ ਵੀ ਵਧੀਆ ਸੀ ਤੇ ਦੂਸਰਾ ਉਸਦਾ ਦੋਸਤ ਉਸ ਲਈ ਅੰਬ ਖਰੀਦ ਕੇ ਲੈ ਕੇ ਆਇਆ ਸੀ ਤੇ ਅੱਜ ਉਸਦਾ ਕੰਮ ਵੀ ਵਧੀਆ ਹੋ ਰਿਹਾ ਸੀ ਕਿਉਂਕਿ ਕੱਲੋ ਅੱਜ ਵੀ ਨਹੀਂ ਸੀ ਆਈ। ਉਸ ਨੂੰ ਦੇਖ ਨਹੀਂ ਰਹੀ ਸੀ। ਸ਼ਾਮੀ ਮੀਂਹ ਦੇ ਹਟਣ ਤੇ ਉਸਨੇ ਅੰਬ ਕੋਲ ਰੱਖੇ ਤੇ ਖਾਣੇ ਸ਼ੁਰੂ ਕੀਤੇ। 5-7 ਹੀ ਅੰਬ ਮੁਕਾਏ ਸਨ ਕਿ ਮੇਰੇ ਸਿਰ ਤੇ ਬਿਜਲੀ ਆਣ ਕੜਕੀ। ਆਕਾਸ਼ ਵਿੱਚੋਂ ਨਹੀਂ, ਧਰਤੀ ਤੋਂ। ਇੱਕ ਕੁਰੱਖਤ ਫਿਟਕਾਰ ਕੰਨਾਂ ਨਾਲ ਟਕਰਾਈ। सरदार, तुम्हें दिखाई नहीं देता? तमाम कचरा बिखेर दिया तुमने। दरोगा देखेगा तो हमारे कान ईठ लेगा। कि किस तरह अजे उसने 2-3 ही अंब खाधे सन कि कल्लो आन धमकी ते गुस्से नाल उसनूं कहन लगी कि उसने सारा कूड़ा खिलार दिता है। मैं कंब उठिया, कुछ कल्लो दी कड़क सुन के ते कुछ अपनी मूर्खता दा ख्याल करके। सचमुच मैं अंब चूप के छिल्लां ते गिटकां इंज बेपरवाही नाल सुट्टी जा रहा सी जिवें अपना ही राज हुंदा है। कि किवें कहानीकार ये आवाज़ सुन के कंब गया क्योंकि गलती तां उस तो होई सी। उसने अंबां दे छिलके ते गिटकां बड़ी लापरवाही नाल बाहर सुट्टी जा रहा सी। मैनूं हत्थां पैरां दी पै गई। खबरे ये मेरे नाल की बाप करेगी, खबरे किन्नियां कुछ सलावातां सुनाएगी। बहुता डर इस गल दा सी कि कोई गुआंढी मेरी दुर्गत हुंदी ना वेख लवे। मैं झटपट कुर्सी तो उठिया ते ये कहंदा होया गिटकां छिलड़ां कट्ठियां करन लग पिया। ओ बड़ी भूल हुई बहन, माफ़ करना, परदेसी हूँ, ख्याल नहीं रहा, फिर ऐसी भूल नहीं करूँगा। कि किवें कहानीकार अपनी बेइज्जती दे डर करके जल्दी नाल कुर्सी तो उठिया ते गिटकां इकट्ठियां करनियां शुरू कर दित्तियां ते इस गल दी उसने माफ़ी भी मंगी। मेरा ख्याल सी कि अपने सुभाਅ अनुसार ਉਹ ਮੇਰੇ ਉੱਤੇ ਕਾਫੀ ਵਰੇਗੀ, ਪਰ ਵੇਖ ਕੇ ਮੈਂ ਹੈਰਾਨ ਰਹਿ ਗਿਆ ਕਿ ਉਸਨੇ ਬੁੱਲ ਤੋਂ ਬੁੱਲ ਨਾ ਚੁੱਕਿਆ
ਤੇ ਜਦ ਮੈਂ ਅੱਧੀਆਂ ਕੁ ਛਿੱਲੜਾਂ ਸਮੇਟ ਚੁੱਕਾ ਤਾਂ ਬੋਲੀ, तुम रहने दो सरदार, मैं उठाए लेती हूँ। ਕਹਾਣੀਕਾਰ ਨੇ ਗਿਟਕਾਂ ਤੇ ਛਿੱਲੜਾਂ ਇਕੱਠਿਆਂ ਕਰਦਿਆਂ ਸੋਚਿਆ ਕਿ ਉਹ ਸ਼ਾਇਦ ਉਸ ਨਾਲ ਕਾਫੀ ਗਲਤ ਬੋਲੇਗੀ, ਪਰ ਉਸਨੇ ਕਹਾਣੀਕਾਰ ਨੂੰ ਛਿੱਲੜਾਂ ਤੇ ਗਿਟਕਾਂ ਉਠਾਉਣ ਤੋਂ ਮਨਾ ਕਰ ਦਿੱਤਾ ਤੇ ਕਿਹਾ ਉਹ ਖੁਦ ਹੀ ਉਠਾ ਲਵੇਗੀ। ਮੈਂ ਹਟ ਗਿਆ ਤੇ ਬਾਲਟੀ ਵਿੱਚੋਂ ਹੱਥ ਧੋਣ ਲੱਗਾ। ਉਸਨੇ ਆਪਣੇ ਝਾੜੂ ਨਾਲ ਗਿਟਕਾਂ ਛਿੱਲੜਾਂ ਹੂੰਝ ਲਈਆਂ, ਬੂਹੇ ਦਾ ਅੱਗਾ ਵੀ ਸਾਫ਼ ਕਰ ਦਿੱਤਾ ਤੇ ਸਭ ਕੁਝ ਛਾਬੇ ਵਿੱਚ ਪਾ ਕੇ ਚੱਲਦੀ ਬਣੀ। ਮੈਨੂੰ ਇਤਮੀਨਾਨ ਨਾਲ ਸਾਹ ਆਇਆ। ਸ਼ੁਕਰ ਹੈ ਬਲਾ ਟਲੀ। ਮੈਂ ਅੰਬਾਂ ਵੱਲੋਂ ਵਿਹਲਾ ਹੋ ਕੇ ਮੁੜ ਆਪਣੇ ਕੰਮ ਵਿੱਚ ਜੁਟ ਪਿਆ। ਮੀਂਹ ਦੇ ਜ਼ੋਰ ਕਰਕੇ ਉਸ ਦਿਨ ਵੀ ਮੈਂ ਥਾਂ ਬਦਲ ਨਾ ਸਕਿਆ। ਦੂਸਰੇ ਦਿਨ ਜਦ ਕੱਲੋ ਆਈ ਤਾਂ ਸਭ ਤੋਂ ਪਹਿਲਾਂ ਉਸਨੇ ਮੇਰੇ ਘਰ ਦਾ ਅੱਗਾ ਸਾਫ਼ ਕੀਤਾ। ਨਾਲੀ ਜਿਸ ਦੀ ਗਿਲਾਜਤ ਨੂੰ ਮੀਂਹ ਦਾ ਪਾਣੀ ਵੀ ਦੂਰ ਨਹੀਂ ਸੀ ਕਰ ਸਕਿਆ, ਉਸਨੇ ਖਰੋਚ ਖਰੋਚ ਕੇ ਸਾਫ਼ ਕਰਨੀ ਸ਼ੁਰੂ ਕਰ ਦਿੱਤੀ ਤੇ ਇਸ ਕੰਮੋਂ ਵਿਹਲੀ ਹੋ ਕੇ ਮੇਰੇ ਲਾਗੇ ਜਿੱਥੇ ਮੈਂ ਬੈਠਾ ਲਿਖ ਰਿਹਾ ਸਾਂ ਆ ਕੇ ਪੁੱਛਣ ਲੱਗੀ, ਦਾਦਾ भीतर कूड़ा है तो बाहर फेंक दे, मैं ले जाऊं। नहीं है कह के मैं ਮੂੰਹ ਧਿਆਨ ਆਪਣੇ ਕੰਮ ਲੱਗਾ ਰਿਹਾ। ਉਸਦੇ ਵਾਕ ਵਿਚਲੇ ਦਾਦਾ ਸ਼ਬਦ ਨੇ ਮੈਨੂੰ ਜ਼ਰਾ ਕੁ ਔਖਿਆ ਕੀਤਾ ਕਿ ਇਹ ਆਪਣੇ ਆਪ ਨੂੰ ਮੇਰੀ ਪੋਤੀ ਦੀ ਉਮਰ ਦੀ ਖਿਆਲ ਕਰਦੀ ਹੈ ਕਿ 40 ਵਰ੍ਹਿਆਂ ਦੀ ਉਮਰੇ ਕੋਈ ਆਪਣੇ ਆਪ ਨੂੰ ਕਿਸੇ ਮੁਟਿਆਰ ਦਾ ਦਾਦਾ ਅਖਵਾਉਣਾ ਬਰਦਾਸ਼ਤ ਕਰ ਸਕਦਾ ਹੈ। ਆਓ ਪਹਿਲਾਂ ਇਸ ਨੂੰ ਵਿਸਥਾਰ ਨਾਲ ਜਾਣਦੇ ਹਾਂ ਕਿ ਕਹਾਣੀਕਾਰ ਅਗਲੇ ਦਿਨ ਵੀ ਉੱਥੋਂ ਨਾ ਜਾ ਸਕਿਆ ਕਿਉਂਕਿ ਮੀਂਹ ਦਾ ਬਹੁਤ ਜ਼ੋਰ ਸੀ। ਕੱਲੋ ਆਈ ਤੇ ਚੁੱਪ ਚਪੀਤੇ ਸਾਫ਼ ਸਫਾਈ ਕੀਤੀ। ਜਦੋਂ ਬਾਹਰ ਦੀ ਸਫਾਈ ਕਰਕੇ ਵਿਹਲੀ ਹੋਈ ਤਾਂ ਕਹਾਣੀਕਾਰ ਨੂੰ ਕਹਿਣ ਲੱਗੀ, ਦਾਦਾ ਅੰਦਰ ਕੂੜਾ ਹੈ ਤਾਂ ਬਾਹਰ ਸੁੱਟ ਦਿਓ। ਕਹਾਣੀਕਾਰ ਉਸਦੇ ਇਸ ਵਿਵਹਾਰ 'ਤੇ ਬਹੁਤ ਹੈਰਾਨ ਸੀ ਕਿਉਂਕਿ ਕੱਲੋ ਪਹਿਲਾਂ ਉਸਨੂੰ ਬੜੇ ਹੀ ਬੇਰੁਖੀ ਨਾਲ ਬੋਲਦੀ ਸੀ। ਉਸਨੇ ਆਪਣੇ ਕੰਮ ਵਿੱਚ ਲੱਗੇ ਹੋਏ ਉਸਨੂੰ ਕਹਿ ਦਿੱਤਾ, ਪਰ ਦਾਦਾ ਸ਼ਬਦ ਸੁਣ ਕੇ ਕਹਾਣੀਕਾਰ ਇਹ ਸੋਚਣ ਲੱਗਾ ਕਿ ਉਹ ਆਪਣੇ ਆਪ ਨੂੰ ਉਸ ਦੀ ਪੋਤੀ ਦਾ ਦਰਜਾ ਦੇ ਰਹੀ ਹੈ ਕਿਉਂਕਿ ਕਹਾਣੀਕਾਰ ਦੀ ਤਾਂ ਅਜੇ 40 ਸਾਲ ਦੀ ਉਮਰ ਸੀ ਤੇ ਦਾਦਾ ਖਵਾਉਣਾ ਉਸਨੂੰ ਚੰਗਾ ਨਾ ਲੱਗਾ। ਸਦਾ ਤੋਂ ਉਲਟ ਮੈਂ ਉਸ ਦਿਨ ਕੱਲੋ ਦੇ ਸੁਭਾਅ ਵਿੱਚ ਇੱਕ ਤਬਦੀਲੀ ਵੇਖੀ। ਅੱਜ ਉਸਨੇ ਨਾ ਤਾਂ ਕਿਸੇ ਮੁਹੱਲੇ ਵਾਲੀ ਨਾਲ ਆਟਾ ਲਾਇਆ, ਨਾ ਹੀ ਜਵਾਬ ਵਿੱਚ ਉਸਨੇ ਕਿਸੇ ਨੇ ਔਂਤਰੀ ਨਿਸਕਮੀ ਕਿਹਾ। ਭੈਣ ਦਾ ਵਰਕਾ ਪਾੜ ਕੇ ਰੱਖਣ ਲੱਗਿਆ ਮੇਰੀ ਨਜ਼ਰ ਬੂਹੇ ਵੱਲ ਮੁੜੀ। ਮੇਰਾ ਖਿਆਲ ਸੀ ਕਿ ਉਹ ਕੰਮ ਕਰਕੇ ਚਲੀ ਗਈ ਹੋਵੇਗੀ, ਪਰ ਉਸ ਨੂੰ ਮੈਂ ਬੂਹੇ ਦੀ ਕੰਧ ਲਾਗੇ ਖੜੀ ਵੇਖਿਆ। ਝਾੜੂ ਛਾਬਾ ਉਸਨੇ ਪਰਾਂ ਇੱਕ ਦਰਖਤ ਦੇ ਮੁੱਢ ਨਾਲ ਖੜੇ ਕਰ ਦਿੱਤੇ ਸਨ ਤੇ ਆਪ ਉਹ ਮੇਰੇ ਲਿਖੇ ਹੋਏ ਵਰਕਿਆਂ ਉੱਤੇ ਨੀਝ ਲਾਈ ਖੜੀ ਸੀ। ਕਿ ਕਹਾਣੀਕਾਰ ਇਹ ਸੋਚ ਕੇ ਬੜਾ ਹੈਰਾਨ ਸੀ ਕਿ ਕਿਵੇਂ ਅੱਜ ਉਸਨੇ ਕੱਲੋ ਦੇ ਸੁਭਾਅ ਵਿੱਚ ਬਹੁਤ ਵੱਡੀ ਤਬਦੀਲੀ ਮਹਿਸੂਸ ਕੀਤੀ ਕਿਉਂਕਿ ਅੱਜ ਉਹ ਕਿਸੇ ਵੀ ਗਲੀ ਦੀ ਔਰਤ ਨਾਲ ਉਸਨੇ ਲੜਾਈ ਝਗੜਾ ਨਹੀਂ ਸੀ ਕੀਤਾ ਤੇ ਕਹਾਣੀਕਾਰ ਸੋਚ ਰਿਹਾ ਸੀ ਕਿ ਕੱਲੋ ਸਫਾਈ ਕਰਕੇ ਚਲੀ ਗਈ ਹੋਵੇਗੀ, ਪਰ ਜਦ ਉਸਨੇ ਵੇਖਿਆ ਤਾਂ ਕੱਲੋ ਉਸਦੇ ਲਿਖੇ ਵਰਕਿਆਂ ਨੂੰ ਬੜੇ ਹੀ ਗੌਰ ਨਾਲ ਦੇਖ ਰਹੀ ਸੀ। ਮੈਂ ਸੋਚਿਆ ਸ਼ਾਇਦ ਕੱਲ੍ਹ ਵਾਲੇ ਕੰਮ ਦੀ ਮਜ਼ਦੂਰੀ ਮੰਗਣ ਲਈ ਖੜੀ ਹੈ। ਹੱਥ ਜੇਬ ਵਿੱਚ ਪਾ ਕੇ ਮੈਂ ਕੋਈ ਸਭ ਤੋਂ ਛੋਟਾ ਸਿੱਕਾ ਪੋਟਿਆਂ ਨਾਲ ਟਟੋਲਣ ਲੱਗਾ। ਹੱਥ ਬਾਹਰ ਨਿਕਲ ਤੋਂ ਪਹਿਲਾਂ ਹੀ ਉਸਨੇ ਮੇਰੇ ਉੱਤੇ ਸਵਾਲ ਕੀਤਾ, ਜੇ ਕਿਆ ਲਿਖਤੇ ਹੋ ਦਾਦਾ? ਕਿ ਕਿਵੇਂ ਕਹਾਣੀਕਾਰ ਸੋਚਣ ਲੱਗਾ ਸ਼ਾਇਦ ਉਹ ਇਸ ਕਰਕੇ ਖੜੀ ਹੈ ਕਿ ਸ਼ਾਇਦ ਉਹ ਆਪਣੇ ਕੱਲ੍ਹ ਵਾਲੇ ਕੰਮ ਦੇ ਪੈਸਿਆਂ ਦੀ ਮਜ਼ਦੂਰੀ ਮੰਗਣ ਲਈ ਖੜੀ ਹੈ। ਪਰ ਉਸਨੇ ਕਹਾਣੀਕਾਰ ਨੂੰ ਇਹ ਸਵਾਲ ਪੁੱਛਿਆ ਕਿ ਦਾਦਾ
जे क्या लिख रही हो? ऐसे ही कुछ लिखता हूँ। ਖਹਿੜਾ ਛਡਾਉਣ ਦੇ ਖਿਆਲੋਂ ਮੈਂ ਇੱਕ ਆਨਾ ਉਸ ਵੱਲ ਸੁੱਟਿਆ। ਕਿਹਾ, ਲੈ ਆਨਾ, ਪੁਰਾਣੇ ਸਮੇਂ ਦਾ ਇੱਕ ਪੈਸਾ। ਰਹਿਣੇ ਦੋ ਦਾਦਾ, ਕਹਿ ਕੇ ਉਸਨੇ ਆਨਾ ਜਿੱਥੇ ਮੈਂ ਸੁੱਟਿਆ ਸੀ ਉੱਥੇ ਹੀ ਪਿਆ ਰਹਿਣ ਦਿੱਤਾ। ਕੇਵਲ ਇੱਕ ਵਾਰੀ ਉਸ ਵੱਲ ਤੱਕ ਕੇ ਉਸਨੇ ਨਜ਼ਰ ਹਟਾ ਲਈ। ਕਿਤਨੀ ਲਾਲਚਨ ਹੈ, ਦਿਲ ਵਿੱਚ ਘੂਰ ਰਿਹਾ ਸਾਂ ਕਿ ਇੰਨੇ ਕੁ ਕੰਮ ਦੀ ਮਜ਼ਦੂਰੀ ਇੱਕ ਆਨਾ ਥੋੜ੍ਹੀ ਹੈ। ਪਰ ਮੈਂ ਮੂੰਹੋਂ ਉਸ ਨੂੰ ਇਸ ਡਰੋਂ ਕੁਝ ਨਾ ਕਿਹਾ ਕਿ ਮਤੇ ਗਲੇ ਦਾ ਹਾਰ ਬਣ ਜਾਵੇ। ਇੱਕ ਆਨਾ ਹੋਰ ਕੱਢਿਆ ਕਿ ਮੈਂ ਉਸ ਵੱਲ ਸੁੱਟਿਆ। ਉਸਨੇ ਉਸੇ ਲਾਪਰਵਾਹੀ ਨਾਲ ਦੂਸਰੇ ਆਨੇ ਵੱਲ ਤੱਕਿਆ ਤੇ ਬੋਲੀ, ਨਹੀਂ ਲੂੰਗੀ। ਕਿਵੇਂ ਕਹਾਣੀਕਾਰ ਸੋਚਣ ਲੱਗਾ, ਸ਼ਾਇਦ ਉਸਨੂੰ ਇੱਕ ਆਨਾ ਵੀ ਘੱਟ ਲੱਗ ਰਿਹਾ ਹੈ ਤਾਂ ਉਸਨੇ ਜੇਬ ਵਿੱਚੋਂ ਦੂਸਰਾ ਆਨਾ ਕੱਢ ਕੇ ਉਸਨੂੰ ਦੇ ਦਿੱਤਾ। ਪਰ ਕੱਲੋ ਨੇ ਕਿਹਾ, ਤੁਸੀਂ रहने दो। अरे तो क्या तुम्हें रुपया चाहिए इतने से काम के लिए? ਕਹਾਣੀਕਾਰ ਨੇ ਫਿਰ ਕੱਲੋ ਨੂੰ ਕਿਹਾ ਕਿ ਇਸ ਥੋੜ੍ਹੇ ਜਿਹੇ ਕੰਮ ਲਈ ਉਸਨੂੰ 1 ਰੁਪਇਆ ਚਾਹੀਦਾ ਹੈ। ਮੈਂ ਤੈਸ਼ ਵਿੱਚ ਆ ਕੇ ਇੰਨੀ ਗੱਲ ਕਹਿ ਤਾਂ ਗਿਆ, ਪਰ ਜਿਉਂ ਹੀ ਉਸਦੇ ਚਿਹਰੇ ਉੱਤੇ ਡੂੰਘੀ ਨਜ਼ਰ ਸੁੱਟੀ ਕਿ ਮੈਨੂੰ ਸ਼ਰਮਸਾਰ ਹੋਣਾ ਪਿਆ ਕਿ ਕਹਾਣੀਕਾਰ ਨੇ ਇੰਨੀ ਗੱਲ ਕਹਿ ਤਾਂ ਦਿੱਤੀ, ਪਰ ਇਹ ਗੱਲ ਕਹਿ ਕੇ ਉਸਨੂੰ ਬਹੁਤ ਸ਼ਰਮਿੰਦਗੀ ਜਿਹੀ ਮਹਿਸੂਸ ਹੋਈ। ਮੇਰਾ ਵਾਸ ਹੁੰਦਾ ਤਾਂ ਆਪਣੇ ਕਹੇ ਹੋਏ ਸ਼ਬਦਾਂ ਨੂੰ ਮੁੜ ਨਿਗਲ ਜਾਂਦਾ। ਕੱਲੋ ਦੇ ਚਿਹਰੇ ਉੱਤੇ ਲੋਭ ਦਾ ਕੋਈ ਚਿੰਨ੍ਹ ਨਹੀਂ ਸੀ, ਨਾ ਹੀ ਗੁੱਸੇ ਦੀ ਕੋਈ ਲਕੀਰ। ਮੇਰੀਆਂ ਪਛਾਤੀਆਂ ਹੋਈਆਂ ਤਿਉੜੀਆਂ ਵੀ ਉਸ ਦੇ ਮੱਥੇ ਉੱਤੇ ਨਹੀਂ ਸਨ। ਮੈਨੂੰ ਇਉਂ ਜਾਪਿਆ ਜਿਵੇਂ ਕੱਲੋ ਦੇ ਨਕਸ਼ਾਂ ਉੱਤੇ ਅੱਜ ਕੋਈ ਅਨੋਖਾ ਜਿਹਾ ਹੁਸਨ ਨਿਖਰਦਾ ਆ ਰਿਹਾ ਹੈ ਤੇ ਕੋਈ ਦਿਲਕਸ਼ ਜਿਹੀ ਖਿੱਚ, ਕੋਈ ਨਿੱਕੀ ਤੇ ਮਿੱਠੀ ਜਿਹੀ ਚਮਕ। ਕਿਉਂ ਨਹੀਂ ਲੇਤੀ ਕੱਲੋ? ਮੇਰੇ ਵਾਕ ਵਿੱਚ ਬੇਖਿਆਲੇ ਹੀ ਲਚਕ ਜਿਹੀ ਆ ਗਈ। ਜਵਾਬ ਵਿੱਚ ਝਟਪਟ ਕੁਝ ਨਾ ਕਹਿ ਸਕੀ। ਬੋਲਣ ਤੇ ਪਹਿਲਾਂ ਉਸ ਦੇ ਹੋਠਾਂ ਉੱਤੇ ਇੱਕ ਤਬਸਮ ਜਿਹਾ ਲਿਸ਼ਕਿਆ। ਅੱਖਾਂ ਦੀਆਂ ਪਲਕਾਂ ਉਸ ਦੀਆਂ ਕਿਸੇ ਸੁਖਾਵੇਂ ਜਿਹੇ ਭਾਰ ਨਾਲ ਥੋੜ੍ਹੀਆਂ ਜਿਹੀਆਂ ਨੀਵੀਆਂ ਜਾਪੀਆਂ। ਉਸ ਦੀਆਂ ਗੱਲਾਂ ਉੱਤੇ ਇੱਕ ਤਰ੍ਹਾਂ ਦਾ ਪਖਾਅ ਜਿਹਾ ਪੈਦਾ ਹੋਇਆ। ਸੰਗਦਿਆਂ ਸੰਗਦਿਆਂ, ਰੁਕਦਿਆਂ ਰੁਕਦਿਆਂ ਜਿਵੇਂ ਚਿੱਬ ਕੇ ਉਸ ਦੇ ਮੂੰਹੋਂ ਨਿਕਲਿਆ, तुमने कल मुझे बहन जो कहा था। ਸੁਣ ਕੇ ਮੈਂ ਹੱਕਾ ਬੱਕਾ ਰਹਿ ਗਿਆ। ਇੱਕ ਅਤ ਔਖੇ ਸਵਾਲ ਦਾ ਹੱਲ ਜਿਸ ਨੂੰ ਮੈਂ ਕਈ ਦਿਨਾਂ ਤੋਂ ਸੋਚ ਰਿਹਾ ਸਾਂ ਮੇਰੇ ਸਾਹਮਣੇ ਸੀ। ਜਦ ਕਹਾਣੀਕਾਰ ਨੇ ਕੱਲੋ ਦੇ ਚਿਹਰੇ ਵੱਲ ਦੇਖਿਆ, ਅੱਜ ਉਸਦੇ ਮੂੰਹ 'ਤੇ ਨਾ ਤਾਂ ਗੁੱਸਾ ਸੀ ਨਾ ਗਾਲਾਂ। ਅੱਜ ਉਸਦੇ ਚਿਹਰੇ 'ਤੇ ਇੱਕ ਮਿੱਠੀ ਜਿਹੀ ਚਮਕ ਸੀ, ਕਿਉਂਕਿ ਕੱਲੋ ਝੱਟ ਬੋਲ ਪਈ ਕਿ ਕੱਲ੍ਹ ਉਸਨੇ ਉਸਨੂੰ ਭੈਣ ਕਿਹਾ ਸੀ। ਇਹ ਸ਼ਬਦ ਸੁਣ ਕੇ ਕਹਾਣੀਕਾਰ ਹੱਕਾ ਬੱਕਾ ਰਹਿ ਗਿਆ, ਹੈਰਾਨ ਰਹਿ ਗਿਆ। ਪਿਆਰੇ ਵਿਦਿਆਰਥੀਓ, ਦਰਅਸਲ ਅਸੀਂ ਕਈ ਵਾਰ ਕਿਸੇ ਇਨਸਾਨ ਦਾ ਰਵੱਈਆ ਵੇਖ ਕੇ ਉਸਨੂੰ ਬੁਰਾ ਭਲਾ ਕਹਿੰਦੇ ਹਾਂ। ਦਰਅਸਲ ਉਹ ਇਨਸਾਨ ਕੁਝ ਪਿਆਰ ਭਰੇ ਸ਼ਬਦਾਂ ਦਾ ਮੁਹਤਾਜ ਹੁੰਦਾ ਹੈ। ਇਸੇ ਤਰ੍ਹਾਂ ਹੀ ਕੱਲੋ ਨਾਲ ਵੀ ਹੋਇਆ, ਕਿਉਂਕਿ ਜਦੋਂ ਕਹਾਣੀਕਾਰ ਨੇ ਉਸਨੂੰ ਭੈਣ ਕਿਹਾ ਤਾਂ ਉਹ ਉਸਨੂੰ ਆਪਣਾ ਦਾਦਾ ਯਾਨੀ ਕਿ ਵੱਡਾ ਭਰਾ ਸਮਝਣ ਲੱਗ ਪਈ। ਪਿਆਰੇ ਵਿਦਿਆਰਥੀਓ, ਅੱਜ ਅਸੀਂ ਇਸ ਕਹਾਣੀ ਦਾ ਦੂਸਰਾ ਭਾਗ ਪੜ੍ਹਿਆ ਹੈ। ਅਗਲੇ ਭਾਗ ਵਿੱਚ ਅਸੀਂ ਤੁਹਾਨੂੰ ਕਹਾਣੀ ਨੂੰ ਅੱਗੇ ਪੂਰੇ ਵਿਸਥਾਰ ਨਾਲ ਪੜ੍ਹਾਵਾਂਗੇ ਤੇ ਹੁਣ ਅਸੀਂ ਇਸ ਨਾਲ ਸੰਬੰਧਿਤ ਪ੍ਰਸ਼ਨ ਪੜ੍ਹਨ ਜਾ ਰਹੇ ਹਾਂ, ਜਿਸ ਦਾ ਉੱਤਰ ਤੁਸੀਂ ਆਪਣੀ ਕਾਪੀ ਤੇ ਲਿਖਣਾ ਹੈ। ਪ੍ਰਸ਼ਨ ਨੰਬਰ 1, ਕਹਾਣੀਕਾਰ ਨੇ ਕੱਲੋ ਨੂੰ ਕਿੰਨੇ ਆਨੇ ਦਿੱਤੇ? ਪ੍ਰਸ਼ਨ ਨੰਬਰ 2, ਕਹਾਣੀਕਾਰ ਕਿਹੜਾ ਫਲ ਖਾ ਰਿਹਾ ਸੀ? ਪ੍ਰਸ਼ਨ ਨੰਬਰ 3, ਕੱਲੋ ਨੇ ਕਹਾਣੀਕਾਰ ਲਈ ਕਿਹੜਾ ਸ਼ਬਦ ਕਹਿ ਕੇ ਉਸਨੂੰ ਸੰਬੋਧਿਤ ਕੀਤਾ? ਕਹਾਣੀਕਾਰ ਕਿਸ ਤੇ ਬੈਠ ਕੇ ਅੰਬ ਖਾ ਰਿਹਾ ਸੀ? ਪ੍ਰਸ਼ਨ ਨੰਬਰ 5, ਕਹਾਣੀਕਾਰ ਦੀ ਉਮਰ ਕਿੰਨੀ ਸੀ? ਉਸ ਤੋਂ ਅੱਗੇ ਸਹੀ ਅਤੇ ਗਲਤ ਦੇ ਨਿਸ਼ਾਨ ਲਗਾਉਣੇ ਹਨ। ਕੱਲੋ ਮੁਹੱਲੇ ਵਿੱਚ ਹਰ ਕਿਸੇ ਨਾਲ ਆਡਾ ਲਾਈ ਰੱਖਦੀ ਸੀ, ਸਹੀ ਹੈ ਕਿ ਗਲਤ?
ਕੱਲੋ ਇੱਕ ਲਾਲਚੀ ਔਰਤ ਸੀ। ਸਹੀ ਹੈ ਕਿ ਗਲਤ? ਧੰਨਵਾਦ। ਤੰਦਰੁਸਤ ਰਹੋ, ਸੁਰੱਖਿਅਤ ਰਹੋ।